ਹੈਲੋ ਐਵਰੀਬਡੀ। ਜਿਵੇਂ ਕਿ ਪਰਸੋਂ ਤੁਹਾਡੇ ਨਾਲ ਮੈਂ ਲਾਈਵ ਹੋਇਆ ਸੀ ਅਤੇ ਤੁਹਾਨੂੰ ਕਿਹਾ ਸੀਗਾ ਕਿ ਕੁਛ ਜਿਹੜੀਆਂ ਨਵੀਂ ਸਟਰੀਮਸ ਇਹ ਆਈਆਂ ਨੇ ਇਹਨਾਂ ਦੇ ਰਿਗਾਰਡਿੰਗ ਜੇ ਕਿਸੇ ਨੇ ਕੋਈ ਕੁਐਸਚਨਸ ਨੇ ਸਾਨੂੰ ਮੇਲ ਕਰੋ ਜਾਂ ਮੈਸੇਜ ਕਰੋ। ਸਾਡੇ ਕੋਲ ਬਹੁਤ ਬੱਚਿਆਂ ਦੇ ਕਾਫੀ ਕੁਐਸਚਨਸ ਆਏ ਨੇ ਜਿਨ੍ਹਾਂ ਨੂੰ ਮੈਂ ਸੌਰਟ ਆਊਟ ਕੀਤਾ ਅਤੇ ਕੁਛ ਜਿਹੜੇ ਕਾਮਨ ਕੁਐਸਚਨਸ ਨੇ ਉਹ ਉਹਨਾਂ ਦੇ ਤੁਹਾਨੂੰ ਅੱਜ ਆਨਸਰ ਕਰਾਂਗੇ। ਇਹਨਾਂ ਦੇ ਉੱਤੇ ਜਿਹੜੇ ਕੋਈ ਲੋਕਾਂ ਦੇ ਕੰਸਰਨਸ ਨੇ ਉਹ ਆਨਸਰ ਕਰਾਂਗੇ। ਜਿਵੇਂ ਕਿ ਫੋਰ ਐਗਜ਼ਾਮਪਲ ਤੁਹਾਨੂੰ ਦੱਸਦਾ ਵੀ ਐਲੀਜੀਬਿਲਿਟੀ ਕੀ ਹੈ, ਕੀ ਆਇਲਸ ਤੋਂ ਬਗੈਰ ਅਪਲਾਈ ਹੋ ਸਕਦਾ ਹੈ, ਕਿੰਨਾ ਵਰਕ ਐਕਸਪੀਰੀਅੰਸ ਚਾਹੀਦਾ ਹੈ, ਕੀ ਇਹੋ ਜਿਹਾ ਕੋਈ ਪ੍ਰੋਗਰਾਮ ਦੁਬਾਰਾ ਆਊਗਾ ਜਾਂ ਨਹੀਂ ਆਊਗਾ, ਕੀ ਕਿਊਬਿਕ ਵਾਲੇ ਬੱਚੇ ਜਿਹੜੇ ਕਿਊਬਿਕ 'ਚੋਂ ਪੜ੍ਹੇ ਨੇ ਉਹ ਇਹਦੇ ਵਿੱਚ ਐਲੀਜੀਬਲ ਹੈਗੇ ਆ ਜਾਂ ਨਹੀਂ ਹੈਗੇ, ਜਾਂ PCC ਜਾਂ ਮੈਡੀਕਲਸ ਆਪਾਂ ਨੂੰ ਪਹਿਲਾਂ ਅਪਲਾਈ ਕਰਨ ਵੇਲੇ ਚਾਹੀਦੇ ਆ ਜਾਂ ਨਹੀਂ ਚਾਹੀਦੇ। ਸੋ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਹਨਾਂ ਨੂੰ ਮੈਂ ਅੱਜ ਸੀਰੀਅਲ ਵਾਈਜ਼ ਤੁਹਾਨੂੰ ਆਨਸਰ ਕਰਦਾ। ਸੋ ਪਹਿਲਾਂ ਆਪਣਾ ਕੁਐਸਚਨ ਜਿਹੜਾ ਜ਼ਿਆਦਾ ਬੱਚਿਆਂ ਨੇ ਪੁੱਛਿਆ ਸਾਨੂੰ, ਹੂ ਆਰ ਐਲੀਜੀਬਲ ਫॉर ਦਿਸ ਸਟਰੀਮ। ਇਹ ਜਿਹੜੀਆਂ 3 ਸਟਰੀਮਸ ਨੇ, ਹੈਲਥ ਕੇਅਰ ਵਰਕਰਸ, ਫਰੰਟਲਾਈਨ ਵਰਕਰਸ ਜਿਹੜੇ ਨੇ ਇਹਨਾਂ ਦੀ ਇੱਕ ਸਟਰੀਮ ਹੈ ਜਿਹਦੇ 'ਚ 20,000 ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ, ਕੈਪ ਹੈ ਇਹ। ਦੂਸਰੀ ਸਟਰੀਮ ਹੈਗੀ ਹੈ ਐਸੈਂਸ਼ੀਅਲ ਆਕੂਪੇਸ਼ਨਸ ਦੀ, ਇਹਦੇ ਵਿੱਚ 30,000 ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ। ਅਤੇ ਤੀਸਰੀ ਸਟਰੀਮ ਹੈਗੀ ਹੈ ਫॉर ਇੰਟਰਨੈਸ਼ਨਲ ਸਟੂਡੈਂਟਸ, ਇਹਦੇ 'ਚ 40,000 ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ, ਯਾਨੀ ਕਿ ਇਨ ਟੋਟਲ 90,000 ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ। ਸੋ ਇਹ ਕੈਪ ਹੈ ਹਰ ਆਕੂਪੇਸ਼ਨ ਦੇ ਉੱਤੇ, ਹਰ ਸਟਰੀਮ ਦੇ ਵਿੱਚ। ਸੋ ਇਹ 90,000 ਜਿਹੜੀਆਂ ਐਪਲੀਕੇਸ਼ਨਸ ਨੇ ਇਹ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਆਉਣਗੀਆਂ। ਇਹਨਾਂ ਦਾ ਕੋਈ ਡਰਾਅ ਨਹੀਂ ਨਿਕਲੂਗਾ, ਕੋਈ ਪੁਆਇੰਟ ਸਿਸਟਮ ਨਹੀਂ ਹੈਗਾ। ਸੋ ਪਹਿਲਾਂ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ। ਹੈਲਥ ਕੇਅਰ ਵਰਕਰਸ ਅਤੇ ਫਰੰਟਲਾਈਨ ਵਰਕਰਸ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ 3 ਚੀਜ਼ਾਂ ਹੀ ਚਾਹੀਦੀਆਂ ਨੇ। CLB 5 ਯਾਨੀ ਕਿ ਰੀਡਿੰਗ ਦੇ ਵਿੱਚ 4, ਲਿਸਨਿੰਗ, ਸਪੀਕਿੰਗ ਅਤੇ ਰਾਈਟਿੰਗ ਦੇ ਵਿੱਚ 5, 1 ਸਾਲ ਦਾ ਵਰਕ ਐਕਸਪੀਰੀਅੰਸ, ਅਤੇ ਪਰਸਨ ਸ਼ੁੱਡ ਬੀ ਇਨ ਕੈਨੇਡਾ ਔਨ ਅ ਵੈਲਿਡ ਵਰਕ ਸਟੇਟਸ। ਸੋ ਉਹਦੇ ਕੋਲ ਵੈਲਿਡਿਟੀ ਹੋਣੀ ਚਾਹੀਦੀ ਹੈ ਸਟੇਟਸ ਦੀ। ਜਿਹੜੇ ਬੱਚੇ ਰਿਸਟੋਰੇਸ਼ਨਸ 'ਤੇ ਨੇ ਜਾਂ ਜਿਨ੍ਹਾਂ ਦੇ ਸਟੱਡੀ ਪਰਮਿਟ ਜਾਂ ਔਰ ਵਰਕ ਪਰਮਿਟ ਐਕਸਪਾਇਰ ਹੋਏ ਨੇ ਅਤੇ ਉਹਨਾਂ ਕੋਲ ਅੱਜ ਦੀ ਤੇ ਸਟੇਟਸ ਨਹੀਂ ਹੈਗਾ, ਉਹ ਅਪਲਾਈ ਨਹੀਂ ਕਰ ਸਕਦੇ। ਸੋ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ ਵੈਲਿਡ, ਪਲੱਸ 1 ਈਅਰ ਐਕਸਪੀਰੀਅੰਸ ਅਤੇ 5 CLB। ਇਹੀ ਇਹ ਕ੍ਰਾਈਟੇਰੀਆ ਐਪਲੀਕੇਬਲ ਆ ਐਸੈਂਸ਼ੀਅਲ ਆਕੂਪੇਸ਼ਨਸ ਦੇ ਵਿੱਚ। ਐਸੈਂਸ਼ੀਅਲ ਆਕੂਪੇਸ਼ਨਸ ਦੇ ਵਿੱਚ ਟਰੱਕਰਸ ਵੀ ਕੁਆਲੀਫਾਈ ਕਰਦੇ ਨੇ, ਕੈਸ਼ੀਅਰਸ ਵੀ ਕਰਦੇ ਨੇ, ਫਰੰਟ ਡੈਸਕ ਵਾਲੇ ਵੀ ਕਰਦੇ ਨੇ, ਹੋਰ ਕਾਫੀ ਆਕੂਪੇਸ਼ਨਸ ਨੇ। 95 ਦੇ ਆਸ-ਪਾਸ ਮੇਜਰ ਆਕੂਪੇਸ਼ਨਸ ਨੇ ਜਿਹੜੀਆਂ ਕਿ ਤੁਸੀਂ ਥੱਲੇ ਅਸੀਂ ਤੁਹਾਨੂੰ ਲਿੰਕ ਦੇਵਾਂਗੇ ਉਸ ਆਕੂਪੇਸ਼ਨਸ ਦਾ, ਜਿਹੜਾ ਕੈਨੇਡੀਅਨ ਗੌਰਮੈਂਟ ਨੇ ਅਪਲੋਡ ਕੀਤੀ ਹੋਈ ਹੈ। ਤਾਂ ਤੁਸੀਂ ਉਹਨੂੰ ਰੈਫਰ ਕਰ ਸਕਦੇ ਹੋ, ਉਹਨੂੰ ਚੈੱਕ ਕਰਕੇ ਜੇ ਤੁਹਾਡੀ ਆਕੂਪੇਸ਼ਨ ਉਹਦੇ 'ਚ ਲਾਈਕ ਕਰਦੀ ਹੈ, ਤੁਸੀਂ ਟੈਂਪਰੇਰੀ ਵਰਕਰ ਹੋ ਇਨ ਕੈਨੇਡਾ, LMIA 'ਤੇ ਜਾਂ ਓਪਨ ਵਰਕ ਪਰਮਿਟ 'ਤੇ ਹੋ, ਉਹ ਸਾਰੇ ਬੱਚੇ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ। ਫॉर ਇੰਟਰਨੈਸ਼ਨਲ ਸਟੂਡੈਂਟਸ ਤੁਹਾਨੂੰ ਕੋਈ ਜੋਬ ਐਕਸਪੀਰੀਅੰਸ ਨਹੀਂ ਚਾਹੀਦਾ, ਸਿਰਫ ਜੋਬ ਲੈਟਰ ਚਾਹੀਦੀ ਹੈ। ਕੈਨੇਡਾ ਦੇ ਅੰਦਰ ਤੁਹਾਡੇ ਕੋਲ ਲੀਗਲ ਵਰਕ ਪਰਮਿਟ ਹੋਣਾ ਚਾਹੀਦਾ, ਯਾਨੀ ਕਿ ਤੁਸੀਂ ਲੀਗਲੀ ਵਰਕ ਕਰਨ ਲਈ ਆਥੋਰਾਈਜ਼ਡ ਹੋਣੇ ਚਾਹੀਦੇ ਹੋ। ਸੋ ਤੁਹਾਡੇ ਕੋਲ ਕਲੋਜ਼ ਵਰਕ ਪਰਮਿਟ ਔਰ ਓਪਨ ਵਰਕ ਪਰਮਿਟ ਕਿਸੇ ਕਿਸਮ ਦਾ ਵੀ ਕੰਮ ਲਈ ਹੋਣਾ ਚਾਹੀਦਾ ਹੈ। ਸੋ ਜੋਬ ਲੈਟਰ ਚਾਹੀਦੀ ਹੈ, ਕੋਈ ਜੋਬ ਐਕਸਪੀਰੀਅੰਸ ਨਹੀਂ ਚਾਹੀਦਾ ਫॉर ਇੰਟਰਨੈਸ਼ਨਲ ਸਟੂਡੈਂਟਸ। ਇਹਨੂੰ ਮਿਕਸਅਪ ਨਾ ਕਰਿਓ ਹੈਲਥ ਕੇਅਰ ਵਰਕਰਸ, ਫਰੰਟਲਾਈਨ ਵਰਕਰਸ ਜਾਂ ਐਸੈਂਸ਼ੀਅਲ ਆਕੂਪੇਸ਼ਨਸ ਦੇ ਨਾਲ। ਉਹਦੇ 'ਚ ਆਪਾਂ ਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਇੰਟਰਨੈਸ਼ਨਲ ਸਟੂਡੈਂਟ ਨੂੰ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ। ਜਿਹੜੇ ਬੱਚੇ April 2021 ਦੇ ਵਿੱਚ ਵੀ ਈਵਨ ਪਾਸ ਹੋ ਰਹੇ ਨੇ ਉਹ ਵੀ ਅਪਲਾਈ ਕਰ ਸਕਦੇ ਆ। ਬਟ ਇਹਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਿਹੜੇ ਬੱਚੇ January 2021 ਤੋਂ ਬਾਅਦ ਪਾਸ ਹੋਏ ਨੇ ਸਿਰਫ ਉਹੀ ਐਲੀਜੀਬਲ ਨੇ। ਜਿਹੜੇ January 2021 ਤੋਂ ਪਹਿਲਾਂ ਪਾਸ ਹੋਏ ਨੇ, ਗ੍ਰੈਜੂਏਟ ਹੋਏ ਨੇ, ਉਹ ਇਹਦੇ ਵਿੱਚ ਐਪਲੀਕੇਬਲ ਇਸ ਕੈਟਾਗਰੀ 'ਚ ਨਹੀਂ ਅਪਲਾਈ ਕਰ ਸਕਦੇ। ਦੂਸਰਾ ਕੁਐਸਚਨ ਸੀਗਾ, ਬਾਰ-ਬਾਰ ਬੱਚਿਆਂ ਨੇ ਇੱਕੋ ਹੀ ਚੀਜ਼ ਨੂੰ ਮੈਨੂੰ ਬਹੁਤ ਵਾਰ ਪੁੱਛਿਆ ਹੈ ਕਿ ਹਾਊ ਮਚ ਵਰਕ ਐਕਸਪੀਰੀਅੰਸ ਇਜ਼ ਰਿਕੁਆਇਰਡ। ਮੈਂ ਇਹਦਾ ਹੁਣ ਵੀ ਆਨਸਰ ਦੇ ਚੁੱਕਿਆ। ਕਾਈਂਡਲੀ ਨੋਟ, ਇੰਟਰਨੈਸ਼ਨਲ ਸਟੂਡੈਂਟਸ ਲਈ ਕੋਈ ਵਰਕ ਐਕਸਪੀਰੀਅੰਸ ਨਹੀਂ ਚਾਹੀਦਾ ਕਿਸੇ ਕਿਸਮ ਦਾ ਵੀ, ਸਿਰਫ ਜੋਬ ਲੈਟਰ ਚਾਹੀਦੀ ਹੈ। ਆਥੋਰਾਈਜ਼ਡ ਟੂ ਵਰਕ ਇਨ ਕੈਨੇਡਾ ਹੋਣੇ ਚਾਹੀਦੇ ਹੋ। ਅਤੇ ਇੰਟਰਨੈਸ਼ਨਲ ਸਟੂਡੈਂਟਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ 2 ਸਟਰੀਮਸ ਨੇ, ਫਰੰਟਲਾਈਨ ਵਰਕਰਸ ਵਾਲੀ, ਹੈਲਥ ਕੇਅਰ ਵਰਕਰਸ ਵਾਲੀ ਅਤੇ ਐਸੈਂਸ਼ੀਅਲ ਆਕੂਪੇਸ਼ਨਸ, ਇਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ। ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਜਿਹੜੇ ਵੀ ਫਰੈਸ਼ ਪਾਸ ਆਊਟਸ ਨੇ ਜਾਂ ਜਿਨ੍ਹਾਂ ਕੋਲ ਵੀ ਕੋਈ ਪੁਰਾਣਾ ਐਕਸਪੀਰੀਅੰਸ ਆ ਜਾਂ ਕਿਸੇ ਕਿਸਮ ਦਾ ਵੀ ਕੋਈ ਐਕਸਪੀਰੀਅੰਸ ਹੈ ਚਾਹੇ ਨਹੀਂ ਹੈ, ਉਹਨਾਂ ਕੋਲ ਇੱਕ ਜੋਬ ਲੈਟਰ ਹੋਣੀ ਚਾਹੀਦੀ ਹੈ, ਉਹ ਅਪਲਾਈ ਕਰ ਸਕਦੇ ਨੇ। ਜਿੱਦਣ ਦਾ ਇਹ ਪ੍ਰੋਗਰਾਮ ਅਨਾਊਂਸ ਹੋਇਆ ਸਾਰੇ ਆਪਾਂ ਦੇਖ ਰਹੇ ਹਾਂ ਕਿ ਆਇਲਸ ਅਤੇ ਸੈਲਪਿਪ ਦੀਆਂ ਵੈਬਸਾਈਟਸ ਕਰੈਸ਼ ਹੋ ਗਈਆਂ। ਕੁਛ ਬੱਚੇ ਬੜੇ ਪਰੇਸ਼ਾਨ ਨੇ, ਉਹਨਾਂ ਨੂੰ ਡੇਟਸ ਨਹੀਂ ਮਿਲ ਰਹੀਆਂ। ਸੋ ਇੱਥੇ ਤੁਹਾਨੂੰ ਬੜੀ ਹੰਬਲੀ ਫੇਅਰ ਰਿਕੁਐਸਟ ਆ ਕਿ ਜਿੰਨੇ ਵੀ ਕੈਨੇਡਾ ਦੇ ਅੰਦਰ ਸਿਟੀਜ਼ ਨੇ ਤੁਸੀਂ ਉਹਨਾਂ ਦੇ ਵਿੱਚ ਟਰਾਈ ਕਰ ਸਕਦੇ ਹੋ। ਤੁਹਾਡਾ ਦੂਰ ਨੇੜੇ ਜਾ ਕੇ ਤੁਹਾਨੂੰ ਟੈਸਟ ਦੇਣਾ ਪੈ ਸਕਦਾ, ਉੱਥੇ ਚੈੱਕ ਕਰ ਲਓ ਜੇ ਕੋਈ ਡੇਟਸ ਅਵੇਲੇਬਲ ਨੇ। ਬਟ ਕੋਈ ਵੀ ਬੱਚਾ ਇੱਕ ਰਿਸਕ ਨਾ ਲਵੇ। ਜਿਹੜਾ ਕਿ ਮੈਨੂੰ ਕਈ ਫੋਨ ਵੀ ਆਏ ਅਤੇ ਮੈਸੇਜਸ ਵੀ ਆਏ ਨੇ, ਈਮੇਲਸ ਵੀ ਅਸੀਂ ਰਿਸੀਵ ਕੀਤੀਆਂ ਨੇ ਕਿ ਮੈਂ ਇੰਡੀਆ ਜਾ ਕੇ ਐਗਜ਼ਾਮ ਦੇ ਕੇ ਵਾਪਸ ਆ ਕੇ ਕੈਨੇਡਾ 'ਚ ਅਪਲਾਈ ਕਰ ਦਾਂਗਾ। ਨੋ, ਵੀ ਆਰ ਗੋਇੰਗ ਥਰੂ ਏ ਕੋਵਿਡ ਪੀਰੀਅਡ।
ਪੈਂਡੇਮਿਕ ਚੱਲ ਰਿਹਾ, ਕਦੇ ਵੀ ਕਿਸੇ ਵੀ ਜਗ੍ਹਾ 'ਤੇ ਕੋਈ ਲੋਕਡਾਊਨ ਹੋ ਸਕਦਾ, ਕਿਸੇ ਵੀ ਕਿਸਮ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਆ ਸਕਦੀਆਂ ਨੇ। ਸੋ ਇਸ ਕੇਸ ਦੇ ਵਿੱਚ ਜੇ ਤੁਸੀਂ ਸਪੋਜ਼ ਕਰ ਲਓ ਅੱਜ ਇੰਡੀਆ ਆਏ ਹੋਵੋ ਅਤੇ ਇੱਥੇ ਕੋਈ ਟਰੈਵਲ ਰਿਸਟ੍ਰਿਕਸ਼ਨਸ ਲੱਗ ਜਾਣ, ਲੋਕਡਾਊਨ ਲੱਗ ਜਾਏ, ਤੁਸੀਂ ਕੈਨੇਡਾ ਵਾਪਸ ਨਹੀਂ ਜਾ ਸਕਦੇ, ਜਾਂ ਤੁਹਾਨੂੰ ਹੋ ਸਕਦਾ ਕੈਨੇਡਾ ਐਂਟਰ ਕਰਨ ਨਾ ਦੇਵੇ। ਉਸ ਕੇਸ ਦੇ ਵਿੱਚ ਤੁਸੀਂ ਕੋਈ ਵੀ ਬੱਚਾ ਜਿਹੜਾ ਆਊਟਸਾਈਡ ਕੈਨੇਡਾ ਹੋਊਗਾ ਉਹ ਐਲੀਜੀਬਲ ਨਹੀਂ ਹੈਗਾ ਇਹਨਾਂ ਕੈਟਾਗਰੀਜ਼ 'ਚ ਅਪਲਾਈ ਕਰਨ ਲਈ। ਸੋ ਇਹ ਤਿੰਨਾਂ ਕੈਟਾਗਰੀਜ਼ ਦੇ ਵਿੱਚ ਸਿਰਫ ਉਹੀ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਵਿਦਇਨ ਕੈਨੇਡਾ ਨੇ। ਸੋ ਬਾਰ-ਬਾਰ ਕਹਿ ਰਹੇ ਹਾਂ, ਵਿਦਇਨ ਕੈਨੇਡਾ ਵਾਲੇ ਹੀ ਅਪਲਾਈ ਕਰ ਸਕਦੇ ਨੇ। ਜਿਹੜੇ ਬੱਚੇ ਕਿਸੇ ਵੀ ਕਾਰਨ ਨਾਲ ਇਸ ਵੇਲੇ ਕੈਨੇਡਾ 'ਚ ਨਹੀਂ ਹੈਗੇ, ਕਿਸੇ ਹੋਰ ਕੰਟਰੀ ਦੇ ਵਿੱਚ ਡਿਊ ਟੂ ਪੈਂਡੇਮਿਕ ਜਾਂ ਹੋਰ ਕਿਸੇ ਕਾਰਨ ਨਾਲ ਸਟਕ ਨੇ, ਉਹ ਇਹਨਾਂ ਕੈਟਾਗਰੀਜ਼ ਦੇ ਵਿੱਚ ਅਪਲਾਈ ਕਰਨ ਲਈ ਐਲੀਜੀਬਲ ਨਹੀਂ ਹੈਗੇ। ਅਗਲਾ ਕੁਐਸਚਨ ਆ ਕਿ ਕੀ ਅਸੀਂ ਬਿਨਾਂ ਆਇਲਸ ਤੋਂ ਵੀ ਅਪਲਾਈ ਕਰ ਸਕਦੇ ਹਾਂ? ਨਹੀਂ, ਇਹਦੇ ਲਈ ਤੁਹਾਨੂੰ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ CLB-5 ਆ। ਸੋ ਜਿਹੜੇ ਵੀ ਬੱਚਿਆਂ ਕੋਲ CLB-5 ਹੈਗਾ, ਆਲਰੇਡੀ ਐਗਜ਼ਾਮ ਦਿੱਤਾ ਹੋਇਆ ਜਾਂ ਉਸ ਦਿਨ ਤੱਕ ਉਹਨਾਂ ਕੋਲ ਰਿਜ਼ਲਟ ਹੈਗਾ, ਤਾਂ ਡੈਫੀਨੇਟਲੀ ਉਹ ਅਪਲਾਈ ਕਰ ਸਕਦੇ ਆ। ਇੱਕ ਕੁਐਸਚਨ ਹੋਰ ਬਹੁਤ ਬੱਚਿਆਂ ਨੇ ਪੁੱਛਿਆ ਕਿ ਇੱਕ ਪ੍ਰੋਗਰਾਮ ਕਦੋਂ ਤੱਕ ਚੱਲੂਗਾ? ਜਿਹੜੀ ਅਨਾਊਂਸਮੈਂਟ ਹੋਈ ਆ ਉਹ ਇਹ ਹੈ ਕਿ May 5 ਤੋਂ ਲੈ ਕੇ November 5 ਤੱਕ ਹੈਗਾ ਇਹ ਪ੍ਰੋਗਰਾਮ 2021 ਦੇ ਵਿੱਚ। ਬਟ ਨਾਲ ਇੱਕ ਸ਼ਰਤ ਵੀ ਹੈ ਕਿ 90,000 ਦਾ ਕੈਪ ਆ। ਜੇ ਕੈਪ ਅੱਗੋਂ ਕੰਪਲੀਟ ਹੋ ਜਾਂਦਾ, ਯਾਨੀ ਕਿ ਜਿਹੜੇ 90,000 ਐਪਲੀਕੇਸ਼ਨ ਇਹ ਅੱਗੋਂ ਹੀ ਫਿਲ ਹੋ ਜਾਂਦੀਆਂ ਨੇ, ਤਦ ਵੀ ਇਹ ਪ੍ਰੋਗਰਾਮ ਬੰਦ ਹੋ ਜਾਊਗਾ, ਜਾਂ ਅਦਰਵਾਈਜ਼ ਇਹ 5 ਨਵੰਬਰ ਨੂੰ ਤਾਂ ਬੰਦ ਹੋਣਾ ਹੀ ਹੋਣਾ। ਸੋ ਜਿਹੜੀ ਵੀ ਚੀਜ਼ ਦੋਨਾਂ 'ਚੋਂ ਪਹਿਲਾਂ ਹੋਊਗੀ ਉਸ ਦਿਨ ਇਹ ਪ੍ਰੋਗਰਾਮ ਐਂਡ ਕਰ ਦਿੱਤਾ ਜਾਊਗਾ। ਦੂਸਰਾ ਕੁਐਸਚਨ ਬੱਚੇ ਪੁੱਛ ਰਹੇ ਨੇ ਕਿ PCC ਅਤੇ ਅਪਫਰੰਟ ਮੈਡੀਕਲਸ ਦੀ ਰਿਕੁਆਇਰਮੈਂਟ ਹੈਗੀ ਇਹਨਾਂ ਦੇ ਵਿੱਚ ਅਪਲਾਈ ਕਰਨ ਲਈ? ਨਹੀਂ, ਬਿਲਕੁਲ ਨਹੀਂ ਹੈਗੀ। ਬਹੁਤ ਲੋਕ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਨੇ ਕਿ ਸਾਡੇ ਕੋਲ ਜੇ PCC ਨਹੀਂ ਹੈਗੀ ਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਨਹੀਂ ਕਰ ਸਕਦੇ ਹਾਂ। PCC ਅਤੇ ਮੈਡੀਕਲਸ ਜਿਹੜੇ ਨੇ ਇਹ ਔਨਗੋਇੰਗ ਪ੍ਰੋਸੈਸ, ਜਦੋਂ ਤੁਹਾਡੀ ਐਪਲੀਕੇਸ਼ਨ ਇਨ ਪ੍ਰੋਸੈਸ ਹੋਊਗੀ ਉਦੋਂ ਵੀ ਅਸੀਂ ਇਹ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਸਕਦੇ ਹਾਂ, ਕੰਪਲੀਟ ਕਰ ਸਕਦੇ ਹਾਂ। ਰਿਕੁਆਇਰਮੈਂਟ ਹੈਗੀ ਹੈ, ਬਟ ਅਪਲਾਈ ਕਰਨ ਦੀ ਮੈਂਡੇਟਰੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਹਾਡੇ ਕੋਲ ਇਹ ਅਪਫਰੰਟ ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਸੋ ਇਹਦੀ ਕੋਈ ਟੈਨਸ਼ਨ ਨਾ ਲਓ। ਜਿਹੜੇ ਬੱਚਿਆਂ ਕੋਲ PCC ਹੈਗੀ ਹੈ ਜਾਂ ਉਹਨਾਂ ਨੇ ਮੈਡੀਕਲ ਕਰਵਾਏ ਹੋਏ ਨੇ, ਇਟਸ ਓਕੇ। ਅਦਰਵਾਈਜ਼ ਜੇ ਨਹੀਂ ਵੀ ਹੈਗੀ ਤਾਂ ਆਪਾਂ ਬਾਅਦ ਦੇ ਵਿੱਚ ਇਹਨਾਂ ਨੂੰ ਅਪਡੇਟ ਕਰ ਸਕਦੇ ਹਾਂ ਔਨ ਦਾ ਰਿਕੁਐਸਟ ਫਰੋਮ ਦਾ CIC ਔਰ ਬਾਈ ਆਵਰ ਸੈਲਫ ਥਰੂ ਵੈਬ ਫਾਰਮ ਔਰ ਜੋ ਵੀ ਹੋਰ ਉਹਨਾਂ ਦੇ ਮੀਡੀਅਮ ਨੇ ਜਿਨ੍ਹਾਂ ਦੇ ਥਰੂ ਅਸੀਂ ਇਹਨਾਂ ਨੂੰ ਅਪਡੇਟ ਆਲਰੇਡੀ ਕਰਦੇ ਵੀ ਹਾਂ। ਹੋਰ ਕਈ ਬੱਚਿਆਂ ਦਾ ਕੁਐਸਚਨ ਹੈਗਾ ਕਿ ਜਿਹੜੇ ਬੱਚੇ ਕਿਊਬਿਕ ਦੇ ਵਿੱਚ ਪੜ੍ਹੇ ਨੇ ਕਿ ਉਹ ਵੀ ਇਹਨਾਂ ਪ੍ਰੋਗਰਾਮਸ ਦੇ ਵਿੱਚ ਐਲੀਜੀਬਲ ਨੇ? ਇਹ ਜਿਹੜੇ ਤਿੰਨੇ ਪ੍ਰੋਗਰਾਮ ਨੇ ਇਹ ਆਊਟਸਾਈਡ ਕਿਊਬਿਕ ਲਈ ਨੇ। ਸੋ ਆਊਟਸਾਈਡ ਕਿਊਬਿਕ ਤੋਂ ਕੈਨੇਡੀਅਨ ਗਵਰਨਮੈਂਟ ਨੇ ਬੜਾ ਕਲੀਅਰ ਮੈਸੇਜ ਦਿੱਤਾ ਹੋਇਆ, ਜਿਹੜੇ ਬੱਚੇ ਕਿਊਬਿਕ ਦੇ ਵਿੱਚ ਰਹਿ ਰਹੇ ਨੇ ਉਹ ਇਸ ਚੀਜ਼ ਦੇ ਵਿੱਚ ਇਹਨਾਂ ਤਿੰਨਾਂ ਸਟਰੀਮਸ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਬਟ ਜਿਹੜੇ ਬੱਚੇ ਕਿਊਬਿਕ ਦੇ ਵਿੱਚ ਪੜ੍ਹੇ ਨੇ ਬਟ ਅੱਜ ਦੀ ਤਰੀਕ 'ਚੋਂ ਆਊਟਸਾਈਡ ਕਿਊਬਿਕ ਕਿਸੇ ਵੀ ਜਗ੍ਹਾ ਹੋਰ ਕੈਨੇਡਾ ਦੇ ਕਿਸੇ ਵੀ ਪਾਰਟ ਦੇ ਵਿੱਚ ਕੰਮ ਕਰ ਰਹੇ ਨੇ, ਰਹਿ ਰਹੇ ਨੇ, ਅਤੇ ਉਹ ਐਲੀਜੀਬਲ ਨੇ, ਬਾਕੀ ਰਿਕੁਆਇਰਮੈਂਟਸ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਕੰਪਲੀਟ ਕਰਦੇ ਆ, ਤਾਂ ਡੈਫੀਨੇਟਲੀ ਉਹ ਵੀ ਅਪਲਾਈ ਕਰ ਸਕਦੇ ਨੇ, ਚਾਹੇ ਉਹ ਕਿਊਬਿਕ ਦੇ ਵਿੱਚ ਉਹਨਾਂ ਨੇ ਆਪਦੇ ਕੋਰਸ ਕੰਪਲੀਟ ਕੀਤਾ ਹੋਵੇ। ਬਟ ਜਿਹੜੇ ਬੰਦੇ ਇਨ ਕਿਊਬਿਕ ਰਹਿ ਰਹੇ ਨੇ, ਕੰਮ ਚਾਹੇ ਕਿਤੇ ਹੋਰ ਕਰ ਰਹੇ ਨੇ, ਉਹ ਵੀ ਨਹੀਂ ਐਲੀਜੀਬਲ, ਅਤੇ ਜਿਹੜੇ ਬੱਚੇ ਕਿਊਬਿਕ ਦੇ ਵਿੱਚ ਕੰਮ ਕਰ ਰਹੇ ਨੇ ਉਹ ਵੀ ਐਲੀਜੀਬਲ ਨਹੀਂ ਹੈਗੇ ਇਹਨਾਂ ਕੈਟਾਗਰੀਜ਼ ਦੇ ਵਿੱਚ। ਸੋ ਇੱਕ ਹੋਰ ਕੁਐਸਚਨ ਜਿਹੜਾ ਬਹੁਤ ਬੱਚੇ ਬਾਰ-ਬਾਰ ਸਾਨੂੰ ਇਹ ਪੁੱਛ ਰਹੇ ਨੇ ਕਿ ਜਿਹੜੇ ਬੱਚਿਆਂ ਨੇ ਆਲਰੇਡੀ ਐਕਸਪ੍ਰੈਸ ਐਂਟਰੀ ਜਾਂ PNP ਦੇ ਥਰੂ ਅਪਲਾਈ ਕੀਤਾ ਹੋਇਆ, ਕਿ ਉਹਨਾਂ ਨੂੰ ਆਪਦੀ ਐਪਲੀਕੇਸ਼ਨਸ ਵਿਡਰਾਅ ਕਰਕੇ ਇਹਨਾਂ ਪ੍ਰੋਗਰਾਮਸ ਜਾਂ ਇਹਨਾਂ ਸਟਰੀਮਸ ਦੇ ਥਰੂ ਦੁਬਾਰਾ ਅਪਲਾਈ ਕਰਨਾ ਚਾਹੀਦਾ? ਸੋ ਇੱਥੇ ਮੈਂ ਉਹਨਾਂ ਨੂੰ ਬੜੀ ਦੋ ਰਿਕੁਐਸਟ ਕਰਾਂਗਾ। ਇੱਕ ਤਾਂ ਹੈਗੀ ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਅਤੇ ਦੂਸਰੀ ਟੈਕਨੀਕਲ ਆ। ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਤਾਂ ਇਹ ਹੈ ਕਿ ਤੁਸੀਂ ਐਲੀਜੀਬਲ ਹੋ CIC ਦੇ ਵਿੱਚ, ਜੇ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਅਪਲਾਈ ਕੀਤਾ ਹੋਇਆ, ਤੁਹਾਡੇ ਕੋਲ ITA ਆ ਚੁੱਕਿਆ, ਤਾਂ ਤੁਹਾਡੀ ਤਾਂ ਐਪਲੀਕੇਸ਼ਨ ਕਨਫਰਮ ਆ, ਤੁਸੀਂ ਇਹ ਵੈਕੈਂਸੀ ਕਿਸੇ ਹੋਰ ਲਈ ਖਾਲੀ ਰਹਿਣ ਦਿਓ। ਜੇ ਤੁਸੀਂ PNP ਦੇ ਥਰੂ ਆਲਰੇਡੀ ਅਪਰੂਵਡ ਹੋ ਜਾਂ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਹੈ, ਐਕਸੈਪਟ ਹੋਈ ਹੋਈ ਹੈ, ਤਾਂ ਵੀ ਇਹਦੇ ਵਿੱਚ ਨਾ ਅਪਲਾਈ ਕਰੋ, ਕਿਉਂਕਿ 40,000 ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ, ਹੋਰ ਜਿਹੜੇ ਬੱਚੇ ਨਹੀਂ ਕੁਆਲੀਫਾਈ ਕਰਦੇ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP 'ਚ, ਉਹਨਾਂ ਨੂੰ ਇਹਦੇ ਵਿੱਚ PR ਹੋਣ ਦਾ ਮੌਕਾ, ਤਾਂ ਆਪਾਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਇਹ ਤਾਂ ਹੈਗੀ ਹੈ ਹਿਊਮੈਨੀਟੇਰੀਅਨ ਐਸਪੈਕਟ ਇਹਦਾ। ਜਿਹੜਾ ਟੈਕਨੀਕਲ ਐਸਪੈਕਟ ਆ ਉਹ ਇਹ ਹੈ ਕਿ ਜੇ ਤੁਹਾਡੀ ਐਪਲੀਕੇਸ਼ਨ ਇੱਥੇ ਫਸਟ ਕਮ ਫਸਟ ਸਰਵਡ ਆ ਜਾਂਦੀ ਹੈ ਔਰ ਉਹ ਪਹਿਲੇ 40,000 ਦੇ ਵਿੱਚ ਨਹੀਂ ਆਉਂਦੀ, ਜਾਂ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਵੀ ਅਪਲਾਈ ਕਰਦੇ ਹੋ ਤਾਂ ਉਹ ਪਹਿਲੇ 30,000 ਦੇ ਵਿੱਚ ਨਹੀਂ ਆਉਂਦੀ, ਤਾਂ ਤੁਸੀਂ ਜੇ ਦੂਸਰੀ ਐਪਲੀਕੇਸ਼ਨ ਨੂੰ ਵਿਡਰਾਅ ਕਰ ਲਿਆ ਤਦ ਵੀ ਤੁਸੀਂ ਨੁਕਸਾਨ 'ਚ ਰਹੋਗੇ। ਸੋ ਅਨਸਰਟਨਿਟੀ ਬਣੀ ਰਹੂਗੀ ਇਹਨਾਂ ਸਟਰੀਮਸ ਦੇ ਵਿੱਚ। ਸੋ ਉਹਨਾਂ ਨੂੰ ਆਪਦੀ ਕਿਸੇ ਕਿਸਮ ਦੀ ਐਪਲੀਕੇਸ਼ਨ ਵਿਡਰਾਅ ਨਹੀਂ ਕਰਨੀ ਚਾਹੀਦੀ। ਜੇ ਇਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਤਾਂ ਪੈਰਲਲ ਅਪਲਾਈ ਕਰ ਸਕਦੇ ਹੋ, ਬਟ ਅਪਲਾਈ ਕਰਨ ਦਾ ਮਕਸਦ ਕੀ ਹੈ, ਮੋਟਿਵ ਕੀ ਹੈ ਆਪਣਾ? ਸਿਰਫ ਇਹੀ ਹੈ ਕਿ ਸ਼ਾਇਦ ਇਹ ਐਪਲੀਕੇਸ਼ਨ ਜਲਦੀ ਪ੍ਰੋਸੈਸ ਹੋਣਗੀਆਂ। ਇਹ ਵੀ ਇੱਕ ਭੁਲੇਖਾ ਹੀ ਹੈ
ਇੱਥੇ ਮੈਂ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਦੇਣੀ ਚਾਹੂੰਗਾ, ਇਹ 90,000 ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਜਾਣਾ ਹੈ। ਸੋ 90,000 ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਨ ਲਈ ਕਾਫੀ ਮੈਨ ਪਾਵਰ ਚਾਹੀਦੀ ਹੈ ਡਿਊਰਿੰਗ ਦਿਸ ਕੋਵਿਡ ਪੀਰੀਅਡ। ਕਈ ਸਰਟਨ ਲਿਮਿਟੇਸ਼ਨਸ ਵੀ, ਵਰਕ ਫਰੋਮ ਹੋਮ ਵੀ ਆ, ਆਫਿਸਿਸ ਵੀ ਘੱਟ ਪਰਸੈਂਟੇਜ ਨਾਲ ਕੰਮ ਕਰ ਰਹੇ ਨੇ, ਕੋਈ 25% ਕੈਪੈਸਿਟੀ 'ਤੇ ਕੰਮ ਕਰ ਰਿਹਾ, ਕੋਈ 50% ਕੈਪੈਸਿਟੀ 'ਤੇ ਕੰਮ ਕਰ ਰਿਹਾ। ਸੋ ਜਿਹੜੇ ਆਫਿਸਿਸ ਦੇ ਵਿੱਚ ਇਹਨਾਂ ਐਪਲੀਕੇਸ਼ਨਸ ਨੇ ਪ੍ਰੋਸੈਸ ਹੋਣਾ ਹੈ, ਉੱਥੇ ਵਰਕ ਲੋਡ ਵੀ ਪੈਣਾ ਹੈ। ਤੋ ਜੇ 90,000 ਐਪਲੀਕੇਸ਼ਨਸ ਦੀ ਆਪਾਂ ਗੱਲ ਕਰੀਏ, ਕੋਈ ਐਡੀ ਜ਼ਰੂਰੀ ਨਹੀਂ ਕਿ ਬਹੁਤ ਫਾਸਟ ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਜਾਊਗਾ। ਨੋ, ਇੱਥੇ ਵੀ ਬੈਕਲੌਗ ਹੋਊਗਾ। ਹੁਣ ਇਹ ਤਾਂ ਟਾਈਮ ਦੱਸੂਗਾ ਕਿ ਇਹ ਐਪਲੀਕੇਸ਼ਨ 8 ਮਹੀਨਿਆਂ 'ਚ ਪ੍ਰੋਸੈਸ ਹੁੰਦੀਆਂ ਨੇ, ਸਾਲ 'ਚ ਹੁੰਦੀਆਂ ਨੇ ਜਾਂ 1.5 ਸਾਲ 'ਚ ਹੁੰਦੀਆਂ ਨੇ, ਬਟ ਕੋਈ ਸਰਟੀਨਿਟੀ ਨਹੀਂ ਹੈਗੀ ਕਿ ਇਹ ਐਪਲੀਕੇਸ਼ਨਸ ਦੂਸਰੀਆਂ ਐਪਲੀਕੇਸ਼ਨਸ ਦੇ ਮੁਕਾਬਲੇ ਇਹਨਾਂ ਨੂੰ ਕੋਈ ਪ੍ਰਾਇਓਰਿਟੀ ਦਿੱਤੀ ਜਾਊਗੀ, ਜਾਂ ਗੌਰਮੈਂਟ ਨੇ ਇਹੋ ਜਿਹਾ ਕੋਈ ਡਿਕਲੇਰੇਸ਼ਨ ਨਹੀਂ ਕੀਤਾ ਕਿ ਇਹਨਾਂ ਨੂੰ ਪ੍ਰਾਇਓਰਿਟੀ ਬੇਸਿਸ 'ਤੇ ਜਾਂ ਅੱਗੋਂ ਇਹਨਾਂ ਨੂੰ ਫਾਸਟਰ ਪ੍ਰੋਸੈਸ ਕੀਤਾ ਜਾਊਗਾ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਬੱਚਿਆਂ ਕੋਲ ਫਾਈਲ ਨੰਬਰਸ ਆ ਜਾਣਗੇ ਤਾਂ ਜਿਨ੍ਹਾਂ ਦੇ ਵੀ ਵਰਕ ਪਰਮਿਟਸ ਐਕਸਪਾਇਰ ਹੋਣ ਵਾਲੇ ਹੋਣਗੇ, ਉਹ ਇਹਨਾਂ ਫਾਈਲ ਨੰਬਰਸ ਦੇ ਬੇਸਿਸ 'ਤੇ ਆਪਦੇ ਵਰਕ ਪਰਮਿਟਸ ਨੂੰ ਐਕਸਟੈਂਡ ਕਰ ਸਕਦੇ ਆ। ਸੋ ਇਹ ਫੈਸਿਲਿਟੀ ਤਾਂ ਆਪਾਂ ਨੂੰ ਜਿਹੜਾ CIC ਦੇ ਵਿੱਚ ਆਪਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਅਪਲਾਈ ਕਰਦੇ ਹਾਂ ਜਾਂ PNP ਦੇ ਥਰੂ ਅਪਲਾਈ ਕਰਦੇ ਹਾਂ, ਉਹ ਬੱਚੇ ਵੀ ਆਪਦੇ ਵਰਕ ਪਰਮਿਟਸ ਐਕਸਟੈਂਡ ਕਰਵਾ ਸਕਦੇ ਆ। ਸੋ ਮਿਕਸਅਪ ਨਹੀਂ ਹੋਣ ਦੀ ਜ਼ਰੂਰਤ ਕਿ ਇਹਨਾਂ ਸਟਰੀਮਸ ਦੇ ਵਿੱਚ ਕੋਈ ਐਕਸਟਰਾ ਬੈਨੀਫਿਟ ਮਿਲੂਗਾ, ਨਹੀਂ। ਇਹ ਜਿਹੜੇ ਸਟਰੀਮਸ ਗੌਰਮੈਂਟ ਲੈ ਕੇ ਆਈ ਹੈ, ਇਹ ਸਿਰਫ ਇਸੀ ਚੀਜ਼ ਲਈ ਲੈ ਕੇ ਆਈ ਹੈ ਕਿ ਜਿਹੜੇ ਬੱਚੇ ਐਲੀਜੀਬਲ ਨਹੀਂ ਹੈਗੇ, ਪੈਂਡੇਮਿਕ ਕਾਰਨ ਕਈ ਬੱਚਿਆਂ ਨੂੰ ਜੌਬਸ ਨਹੀਂ ਮਿਲੀਆਂ ਜਾਂ ਜਿਨ੍ਹਾਂ ਦਾ ਐਕਸਪੀਰੀਅੰਸ ਕੰਪਲੀਟ ਨਹੀਂ ਹੋ ਪਾਇਆ ਡਿਊ ਟੂ ਪੈਂਡੇਮਿਕ, ਇਹ ਉਹਨਾਂ ਨੂੰ ਫੈਸਿਲਿਟੇਟ ਕੀਤਾ ਗਿਆ ਹੈ ਤਾਂ ਕਿ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਦੂਸਰੀ ਗੱਲ, ਕੁਝ ਬੱਚੇ ਜਿਹੜੇ ਟੋਰਾਂਟੋ ਦੇ ਵਿੱਚ ਹੈਗੇ ਨੇ ਜਾਂ BC ਦੇ ਵਿੱਚ ਨੇ, ਜਿਨ੍ਹਾਂ ਦੇ PNP ਦੇ ਵਿੱਚ ਪੁਆਇੰਟਸ ਨਹੀਂ ਪੂਰੇ ਹੋ ਰਹੇ ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟਸ ਪੂਰੇ ਨਹੀਂ ਹੋ ਰਹੇ, ਉਹਨਾਂ ਨੂੰ ਇਹਦਾ ਬੈਨੀਫਿਟ ਮਿਲੂਗਾ। ਹੁਣ ਜਿਵੇਂ ਕਈ ਆਕੂਪੇਸ਼ਨਸ ਨੇ BC ਦੇ ਵਿੱਚ ਹੌਸਪਿਟੈਲਿਟੀ ਦੀਆਂ ਨੇ ਜਾਂ ਕੁਛ ਇਹਦੇ ਨਾਲ ਰਿਲੇਟਡ ਹੋਰ ਫੀਲਡਸ ਦੀਆਂ ਨੇ, ਜਿਹੜੀਆਂ ਕਿ ਕੱਢ ਦਿੱਤੀਆਂ ਗਈਆਂ ਸੀ ਪ੍ਰੈਫਰੈਂਸ ਦੇ ਵਿੱਚੋਂ। ਉਹਨਾਂ ਦੇ ਬੱਚਿਆਂ ਨੂੰ ਕਾਫੀ ਟੈਨਸ਼ਨ ਸੀਗੀ ਕਿ ਅਸੀਂ PR ਕਿਵੇਂ ਹੋਣਾ ਹੈ। ਹੁਣ ਉਹ ਸਾਰੇ ਬੱਚੇ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਪ੍ਰੋਗਰਾਮਸ ਦੇ ਥਰੂ PR ਹੋ ਸਕਦੇ ਨੇ, ਉਹਨਾਂ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਜਸਟ ਉਹਨਾਂ ਨੂੰ ਹੁਣ ਇਹ ਚਾਹੀਦਾ ਕਿ ਜੇ ਉਹਨਾਂ ਨੇ IELTS ਨਹੀਂ ਦਿੱਤਾ ਹੋਇਆ, ਟਾਈਮਲੀ ਆਪਦਾ IELTS ਦੇਣ ਅਤੇ 5 ਮਈ ਨੂੰ ਆਪਦੇ ਵਿਦ ਸਾਰੇ ਡਾਕੂਮੈਂਟਸ ਜਿੰਨੇ ਵੀ ਰਿਕੁਆਇਰਡ ਹੋਣਗੇ, ਸੱਚ ਐਸ ਐਜੂਕੇਸ਼ਨ, ਐਕਸਪੀਰੀਅੰਸ, ਵੈਲਿਡ ਵਰਕ ਪਰਮਿਟਸ, ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦੇ ਡਾਕੂਮੈਂਟਸ ਹੋ ਗਏ, ਆਪਦੀਆਂ ਪੁਰਾਣੀਆਂ ਟਰਾਂਸਕ੍ਰਿਪਟਸ ਹੋ ਗਈਆਂ, ਇਹ ਰੈਡੀ ਰੱਖਣ, ਪਲੱਸ ਪਰਸਨਲ ਇਨਫੋਰਮੇਸ਼ਨ ਜੋ ਵੀ ਚਾਹੀਦੀ ਹੈ, ਤਾਂ ਕਿ ਜਿਸ ਦਿਨ ਐਪਲੀਕੇਸ਼ਨਸ ਖੁੱਲ੍ਹਦੀਆਂ ਨੇ, ਜਦੋਂ ਪੋਰਟਲ ਗਵਰਨਮੈਂਟ ਅਪਲੋਡ ਕਰਨ ਲਈ ਆਪਾਂ ਨੂੰ ਅਲਾਓ ਕਰਦੀ ਹੈ, ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਐਜ਼ ਸੂਨ ਐਜ਼ ਪੋਸੀਬਲ ਅਪਲੋਡ ਕਰਕੇ ਆਪਦਾ ਨੰਬਰ ਲਾ ਸਕੀਏ, ਕਿਉਂਕਿ ਇਹ ਜਿੰਨੀਆਂ ਐਪਲੀਕੇਸ਼ਨਸ ਨੇ ਇਹ ਫਸਟ ਕਮ ਫਸਟ ਸਰਵਡ ਬੇਸਿਸ ਦੇ ਉੱਤੇ ਹੀ ਪ੍ਰੋਸੈਸ ਕੀਤੀਆਂ ਜਾਣੀਆਂ ਨੇ। ਸੋ ਜਿਹੜੇ ਬੱਚੇ ਕਿਸੇ ਵੀ ਕਾਰਨ ਨਾਲ ਕਿਸੇ ਕਿਸਮ ਦੇ ਹੋਰ ਪ੍ਰੋਗਰਾਮਸ ਦੇ ਥਰੂ PR ਲਈ ਐਲੀਜੀਬਲ ਨਹੀਂ ਸੀ, ਇਹ ਪ੍ਰੋਗਰਾਮ ਬੇਸਿਕਲੀ ਉਹਨਾਂ ਲਈ ਇੱਕ ਬਹੁਤ ਵੱਡਾ ਬੂਨ ਹੈ। ਉਹਨਾਂ ਨੂੰ ਬਹੁਤ ਵੱਡੀ ਇਹਦੇ ਨਾਲ ਰਾਹਤ ਮਿਲੂਗੀ ਅਤੇ ਉਹਨਾਂ ਨੂੰ ਹੁਣ ਫਿਊਚਰ ਦੇ ਵਿੱਚ ਕਿਸੇ ਕਿਸਮ ਦੇ ਜਿਹੜੇ LMIA ਲੈਂਦੇ ਆਪਾਂ, ਬੱਚੇ ਕਈ ਦੇਖੇ ਹੋਣਗੇ ਵੀ LMIA ਲੱਭਦੇ ਫਿਰਦੇ ਨੇ, ਏਜੰਟਸ ਉਹਨਾਂ ਨੂੰ ਹਜ਼ਾਰਾਂ ਡਾਲਰ ਚਾਰਜ ਕਰਦੇ ਨੇ, ਇੰਪਲੋਇਰਸ ਉਹਨਾਂ ਨੂੰ ਬਲੈਕਮੇਲ ਕਰਦੇ ਆ। ਉਹ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ। 90,000 ਬਹੁਤ ਵੱਡੀ ਕੁਆਂਟਿਟੀ ਹੁੰਦੀ ਹੈ, ਕੋਈ ਐਡੀ ਛੋਟੀ ਨਹੀਂ ਹੈਗੀ। ਸੋ ਮੇਰੀ ਤੁਹਾਨੂੰ ਇੱਕ ਹੋਰ ਰਿਕੁਐਸਟ ਹੈ ਇੱਥੇ ਕਿ ਜਿੰਨੇ ਵੀ ਬੱਚੇ ਕੋਈ ਵੀ LMIA ਬਾਰੇ ਸੋਚ ਰਹੇ ਸੀ, ਕਾਈਂਡਲੀ ਉਹਦੇ 'ਤੇ ਸੋਚਣਾ ਬੰਦ ਕਰੋ। ਇਹਨਾਂ ਏਜੰਟਾਂ ਦੀਆਂ ਲੁੱਟ ਖਸੁੱਟ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਅਤੇ ਅਨਨੈਸੈਸਰੀ ਇੰਪਲੋਇਰਸ ਕੋਲ ਬਲੈਕਮੇਲ ਹੋਣ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਫਾਲਤੂ ਪੈਸੇ ਦਿਓ ਜਾਂ ਐਕਸਟਰਾ ਆਵਰਸ ਦਾ ਕੰਮ ਕਰੋ ਔਰ ਤੁਹਾਨੂੰ ਉਹ ਪੇ ਨਾ ਕਰਨ ਉਹਨਾਂ ਐਕਸਟਰਾ ਆਵਰਸ ਲਈ। ਸੋ ਪਲੀਜ਼ ਡੂ ਨਾਟ ਇੰਡਲਜ ਇਨਟੂ ਐਨੀ ਸੱਚ ਪ੍ਰੈਕਟਿਸ, ਅਦਰਵਾਈਜ਼ ਵੀ ਇਹ ਇਲੀਗਲ ਹੈ। ਸੋ no need of any type of LMIA for students who have been suffering in last few years or few months। ਤੀਸਰੀ ਗੱਲ, ਜਿਹੜੇ ਵੀ ਬੱਚੇ ਹੁਣ ਆਲਰੇਡੀ ਇਸ ਵੇਲੇ LMIA ਦੇ ਉੱਤੇ ਜੌਬ ਕਰ ਰਹੇ ਨੇ ਜਾਂ ਜਿਨ੍ਹਾਂ ਨੇ LMIA ਲਈਆਂ ਹੋਈਆਂ ਨੇ, ਉਹ ਇੰਟਰਨੈਸ਼ਨਲ ਸਟੂਡੈਂਟ ਕੈਟਾਗਰੀ ਦੇ ਵਿੱਚ ਵੀ ਅਪਲਾਈ ਕਰ ਸਕਦੇ। ਜੇ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਬਣ ਗਿਆ ਹੋਇਆ ਬਟ ਉਹਨਾਂ ਦੇ ਪੁਆਇੰਟਸ ਨਹੀਂ ਸੀ ਪੂਰੇ ਹੋ ਰਹੇ, ਉਹ ਐਸੈਂਸ਼ੀਅਲ ਆਕੂਪੇਸ਼ਨਸ ਦੇ ਵਿੱਚ ਨਾਰਮਲੀ ਕਾਫੀ ਮੇਜਰ ਗਰੁੱਪਸ ਉਹਨਾਂ ਨੇ ਐਡ ਕੀਤੇ ਨੇ। ਸੋ ਚੈੱਕ ਕਰ ਲੈਣ, ਜੇ ਉਹਦੇ 'ਚ ਕੁਆਲੀਫਾਈ ਕਰਦੇ ਨੇ ਚੁੱਪ ਕਰਕੇ ਇਹਦੇ 'ਚ ਅਪਲਾਈ ਕਰੋ। ਤੁਹਾਨੂੰ ਕਿਸੇ ਵੀ ਕਿਸਮ ਦੇ PNP ਜਾਂ ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਗਲਾ ਜਿਹੜਾ ਕੁਐਸਚਨ ਹੈਗਾ, ਬੱਚਿਆਂ ਨੇ ਸਾਨੂੰ ਪੁੱਛਿਆ ਹੋਇਆ ਹੈਗਾ ਕਿ ਈਵਾ ਇਮੀਗ੍ਰੇਸ਼ਨ ਇਹਦੇ ਵਿੱਚ ਕਿਵੇਂ ਹੈਲਪ ਕਰੂਗੀ ਸਾਨੂੰ। ਈਵਾ ਇਮੀਗ੍ਰੇਸ਼ਨ ਤੁਹਾਨੂੰ ਜਿਵੇਂ ਪਤਾ ਹੋਣਾ ਕਿ 2019 ਤੋਂ ਜਿੰਨੇ ਸਟੂਡੈਂਟਸ ਨੇ ਉਹਨਾਂ ਦੀ ਐਪਲੀਕੇਸ਼ਨਸ ਫ੍ਰੀ ਆਫ ਕਾਸਟ ਪ੍ਰੋਸੈਸ ਕਰਦੀ ਹੈ, ਚਾਹੇ ਉਹ CIO ਐਪਲੀਕੇਸ਼ਨਸ ਨੇ, ਐਕਸਪ੍ਰੈਸ ਐਂਟਰੀ ਐਪਲੀਕੇਸ਼ਨਸ ਨੇ, ਚਾਹੇ ਉਹ PNP ਐਪਲੀਕੇਸ਼ਨਸ ਨੇ। ਸੋ ਵੀ ਆਰ ਕੰਟੀਨਿਊਇੰਗ ਦਿਸ ਸਰਵਿਸ। ਇਹ ਜਿੰਨੀਆਂ ਸਰਵਿਸਿਜ਼ ਨੇ ਇਹ ਹੁਣ ਵੀ ਫ੍ਰੀ ਹੋਣਗੀਆਂ। ਅਸੀਂ ਆਲਰੇਡੀ ਮੈਨੀਟੋਬਾ ਦੇ ਵਿੱਚ ਵਿਨੀਪੈਗ ਸਾਡਾ ਆਫਿਸ ਹੈ, ਬਾਰਡਰ ਸਟਰੀਟ 'ਤੇ। ਇੰਡੀਆ ਦੇ ਵਿੱਚ ਸਾਡਾ ਆਫਿਸ ਲੁਧਿਆਣੇ ਹੈਗਾ,
ਮੰਡੀ ਅਹਿਮਦਗੜ੍ਹ ਹੈਗਾ, ਖੰਨਾ ਹੈਗਾ, ਪਟਿਆਲਾ ਹੈਗਾ ਅਤੇ ਇੱਕ ਗੁਰਦਾਸਪੁਰ ਕਲਾਨੌਰ ਹੈਗਾ। ਸੋ ਇਹਨਾਂ ਸਾਰੇ ਆਫਿਸਿਸ ਦੇ ਵਿੱਚ ਤੁਸੀਂ ਸਾਡੀ ਵੈਬਸਾਈਟ ਤੋਂ ਇਹਨਾਂ ਦੇ ਕੰਟੈਕਟ ਨੰਬਰਸ ਲੈ ਸਕਦੇ ਹੋ, ਈਮੇਲ ਮਿਲ ਜਾਣਗੀਆਂ ਤੁਹਾਨੂੰ, ਥੱਲੇ ਵੀ ਅਸੀਂ ਮੈਂਸ਼ਨ ਕਰਾਂਗੇ। ਅਤੇ ਇਹਦੇ 'ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜੋ, ਅਸੀਂ ਤੁਹਾਨੂੰ ਅਸਿਸਟ ਕਰਾਂਗੇ। ਵਨ ਟਾਈਮ ਰਜਿਸਟ੍ਰੇਸ਼ਨ ਫੀਸ ਅਸੀਂ $300 ਹਰ ਬੱਚੇ ਤੋਂ ਚਾਰਜ ਕਰਦੇ ਹਾਂ, ਬਟ ਸਾਰੀਆਂ ਸਰਵਿਸਿਜ਼ ਫ੍ਰੀ ਨੇ। ਜਿਹੜੀਆਂ ਸਰਵਿਸਿਜ਼ ਨੇ ਉਹ ਜਿਵੇਂ ਕਿ ਕਿਸੇ ਨੇ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੋਵੇ, ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਨੀ ਹੋਵੇ, ਕੋਈ PNP ਅਪਲਾਈ ਕਰਨੀ ਹੈ, ਐਕਸਟੈਂਸ਼ਨ ਕਿਸੇ ਕਿਸਮ ਦੀ ਹੋਰ ਕੋਈ ਅਪਲਾਈ ਕਰਨੀ ਹੈ, ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਅਪਲਾਈ ਕਰਨਾ, ਇਹਨਾਂ ਸਟਰੀਮਸ ਦੇ ਵਿੱਚ ਅਪਲਾਈ ਕਰਨਾ, we do not charge any. That $300 if the fees is that it is one time registration fees but no other fees। ਤੁਸੀਂ ਸਿਰਫ ਸਰਕਾਰੀ ਜਿਹੜੀਆਂ ਵੀ ਗੌਰਮੈਂਟ ਦੀਆਂ ਫੀਸਿਸ ਨੇ ਉਹ ਪੇ ਕਰਨੀਆਂ ਨੇ। ਲਾਸਟ ਦੇ ਵਿੱਚ ਤੁਹਾਨੂੰ ਮੈਂ ਕੁਛ ਇੱਥੇ ਇੰਟਰਸਟਿੰਗ ਚੀਜ਼ਾਂ ਵੀ ਦੱਸਣ ਜਾ ਰਿਹਾ ਕਿ ਕੀ ਇਹੋ ਜਿਹਾ ਪ੍ਰੋਗਰਾਮ ਦੁਬਾਰਾ ਵੀ ਆਊਗਾ ਜਾਂ ਫਿਊਚਰ ਕੀ ਹੈ ਟੈਂਪਰੇਰੀ ਵਰਕਰਸ ਅਤੇ ਸਟੂਡੈਂਟਸ ਦਾ। ਜਿੰਨੇ ਵੀ ਬੱਚੇ ਆਲਰੇਡੀ ਇਨ ਕੈਨੇਡਾ ਨੇ ਉਹਨਾਂ ਨੂੰ ਇਹ ਚੀਜ਼ ਬੜੀ ਧਿਆਨ ਨਾਲ ਸੁਣਨੀ ਚਾਹੀਦੀ ਹੈ, ਤਾਂ ਕਿ ਜੇ ਤੁਹਾਡਾ ਨੰਬਰ ਇਹਨਾਂ 90,000 ਦੇ ਵਿੱਚ ਨਹੀਂ ਲੱਗਿਆ ਤਾਂ ਤੁਹਾਨੂੰ ਬਾਹਲੀ ਘਬਰਾਉਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਅਤੇ ਆਪਾਂ ਦੇਖਿਆ ਹੋਣਾ ਜਿਹੜਾ ਪਿਛਲਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਡਰਾ ਆਇਆ ਸੀਗਾ ਉਹਦੇ 'ਚ 75 ਤੱਕ ਚਲਾ ਗਿਆ ਸੀਗਾ ਜਿਹੜਾ ਪੁਆਇੰਟ CRS ਸਕੋਰ ਚਾਹੀਦਾ ਸੀ। ਔਰ ਉਸ ਦਿਨ ਕਿੰਨੇ ਸਟੂਡੈਂਟਸ ਉਹਨਾਂ ਨੇ ਉਸ 'ਚ ਐਕਸੈਪਟ ਕੀਤੇ ਸੀ, ਐਪਲੀਕੇਸ਼ਨਸ ਐਕਸੈਪਟ ਕੀਤੀਆਂ ਸੀ, ਉਹ ਸੀਗੀਆਂ ਸਿਰਫ 27,000। ਜੇ ਇਹਨਾਂ 90,000 ਨੂੰ ਵੀ ਆਪਾਂ ਵਿੱਚ ਪਾ ਲਈਏ ਅਤੇ ਹੁਣ ਤੱਕ ਜਿੰਨੇ ਡਰਾ ਆਏ ਨੇ ਆਪਾਂ ਇਹਨਾਂ ਨੂੰ ਵਿੱਚ ਪਾਈ ਤਾਂ ਕਰੀਬਨ ਲੱਖ 1.5 ਲੱਖ ਦੇ ਵਿੱਚ ਕਿਤੇ ਕੋਈ ਫਿਗਰ ਆਉਂਦੀ ਹੈ ਜਿਹੜੇ ਕਿ ਹਾਲੇ ਇਹਨਾਂ ਨੇ ਐਕਸੈਪਟ ਕੀਤੇ ਨੇ। ਜਿਹੜੇ ਆਉਣ ਵਾਲੇ ਅਗਲੇ 3 ਸਾਲ ਨੇ ਗੌਰਮੈਂਟ ਨੇ 1.12 ਮਿਲੀਅਨ ਸਟੂਡੈਂਟਸ ਅਤੇ ਟੈਂਪਰੇਰੀ ਵਰਕਰਸ ਨੂੰ PR ਦੇਣੀ ਹੈ। ਸੋ ਇੰਨਾ ਇਮੀਗ੍ਰੇਸ਼ਨ ਵਾਲਿਆਂ ਨੇ ਐਲੋਕੇਟ ਕੀਤਾ ਹੋਇਆ ਆਪਦਾ ਕੋਟਾ। ਸੋ ਐਵਰੀ ਈਅਰ ਮੋਰ ਦੈਨ 400,000 ਯਾਨੀ ਕਿ 4 ਲੱਖ ਤੋਂ ਉੱਤੇ 4,11,000 4,21,000 ਇਸ ਤਰੀਕੇ ਨਾਲ ਇਹਨਾਂ ਨੇ ਹਰ ਸਾਲ ਦਾ ਇੱਕ ਕੋਟਾ ਫਿਕਸ ਕਰਤਾ ਹੈ। ਅਤੇ ਹਾਲੇ ਜੇ ਆਪਣਾ 1.5 ਲੱਖ ਵੀ ਆਪਾਂ ਮੰਨ ਕੇ ਚੱਲੀਏ ਪੂਰਾ ਹੋਇਆ ਤਾਂ ਕਰੀਬਨ 2.5 ਲੱਖ ਤੋਂ ਉੱਪਰ ਅਜੇ ਹੋਰ ਐਪਲੀਕੇਸ਼ਨਸ ਨੂੰ ਐਕਸੈਪਟ ਕੀਤਾ ਜਾਣਾ 2021 ਦੇ ਵਿੱਚ। ਅਤੇ ਅੱਜ ਤੋਂ ਵੀ ਜੇ ਮੈਂ ਲਾਵਾਂ ਤਾਂ 8 ਮਹੀਨੇ ਰਹਿੰਦੇ ਆ। ਜੇ 8 ਮਹੀਨਿਆਂ 'ਚ ਆਪਾਂ ਇਹਨਾਂ ਨੂੰ ਡਿਸਟਰੀਬਿਊਟ ਕਰ ਲਈਏ 2.5 ਲੱਖ ਨਾਲ ਤਾਂ 20-25-30,000 ਪਰ ਮੰਥ ਨਾਲੋਂ ਜ਼ਿਆਦਾ ਐਪਲੀਕੇਸ਼ਨਸ ਇਹਨਾਂ ਨੂੰ ਐਕਸੈਪਟ ਕਰਨੀਆਂ ਪੈਣਗੀਆਂ ਤਾਂ ਇਹ ਕੋਟਾ ਪੂਰਾ ਹੋਣਾ ਹੈ। ਔਰ ਇਹ ਕੋਟਾ ਇਹਨਾਂ ਨੇ ਹਰ ਹਾਲਤ ਦੇ ਵਿੱਚ ਪੂਰਾ ਕਰਨਾ ਹੀ ਕਰਨਾ ਹੈ, ਕਿਉਂਕਿ COVID-19 ਦੇ ਵਿੱਚ ਆ ਜਿਹੜਾ ਪੈਂਡੇਮਿਕ ਪੀਰੀਅਡ ਦੇ ਵਿੱਚ ਇਕੋਨਮੀ ਨੂੰ ਪ੍ਰੋਬਲਮ ਆਈ ਹੈ ਜਾਂ ਹੋਰ ਇਸ ਚੀਜ਼ ਆਈ, ਹਿਊਮਨ ਰਿਸੋਰਸ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਸਟੈਟਸ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਜਦੋਂ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟਸ ਉੱਥੇ ਵੀ ਮਿਲਣਗੇ। 1971 ਦੇ ਵਿੱਚ ਇੱਕ ਐਲਡਰਲੀ ਪਰਸਨ ਦੇ ਪਿੱਛੇ 6.6 ਯੰਗ ਪੀਪਲ ਵਰ ਵਰਕਿੰਗ, ਅਤੇ ਇਹ ਰਿਡਿਊਸ ਹੋ ਕੇ ਪਿਛਲੇ ਡੈਕੇਡ ਦੇ ਵਿੱਚ ਜਸਟ 3.3 ਰਹਿ ਗਈ ਹੈ। ਔਰ ਪ੍ਰਿਡਿਕਟ ਕੀਤਾ ਜਾਂਦਾ ਹੈ ਕਿ 2035 ਤੱਕ ਸਿਰਫ 2 ਯੰਗਸਟਰਸ ਕੰਮ ਕਰ ਰਹੇ ਹੋਣਗੇ ਇੱਕ ਐਲਡਰਲੀ ਪਰਸਨ ਪਿੱਛੇ। ਸੋ 2035 ਤੱਕ ਜੇ ਇਹ ਹਾਲਾਤ ਤੋਂ ਆਪਾਂ ਬਚਣਾ ਚਾਹੁੰਦੇ ਹਾਂ, ਇਹਦੇ ਨਾਲ ਕੀ ਹੋਊਗਾ ਕਿ ਐਸੈਂਸ਼ੀਅਲ ਸਰਵਿਸਿਜ਼ ਹੋਰ ਜਿਹੜੀਆਂ ਸਰਵਿਸਿਜ਼ ਨੇ ਇਹ ਬਹੁਤ ਮਹਿੰਗੀਆਂ ਹੋ ਜਾਣਗੀਆਂ ਜੇ ਮੈਨ ਪਾਵਰ ਨਾ ਹੋਈ। ਸੋ ਕੈਨੇਡਾ ਇਜ਼ ਇਨ ਡਾਇਰ ਨੀਡ ਆਫ ਹਿਊਮਨ ਰਿਸੋਰਸ। ਉਹਨੂੰ ਚਾਹੀਦੇ ਨੇ ਇਮੀਗਰੈਂਟਸ। ਬਰਥ ਰੇਟ ਜਿਹੜਾ ਹੈਗਾ ਕੈਨੇਡਾ ਦਾ ਉਹ ਆਲਰੇਡੀ 1.6 ਪਰ ਕਪਲ ਆ। ਸੋ ਜਿਹੜੇ ਵੀ ਕੰਟਰੀ ਨੇ ਆਪਦਾ ਪਾਪੂਲੇਸ਼ਨ ਨੂੰ ਇੱਕ ਸਟੇਬਲਾਈਜ਼ ਰੱਖਣਾ ਹੋਵੇ ਤਾਂ ਉਹਨਾਂ ਨੂੰ ਪਰ ਕਪਲ 2.1 ਚਾਈਲਡ ਚਾਹੀਦਾ ਹੈ, ਯਾਨੀ ਕਿ 10 ਕਪਲਸ ਦੇ ਪਿੱਛੇ 21 ਬੱਚੇ। ਉਹ ਇਸ ਲਈ ਹੁੰਦੇ ਨੇ ਕਿ ਇੱਕ ਬੱਚੇ ਦੀ ਕੋਈ ਟਾਈਮ ਬੇਟਾਈਮ ਮੌਤ ਵੀ ਹੋ ਸਕਦੀ ਹੈ ਕਿਸੇ ਬਿਮਾਰੀ ਨਾਲ, ਐਕਸੀਡੈਂਟ ਨਾਲ। ਅਤੇ ਇਸ ਵੇਲੇ ਕੈਨੇਡਾ ਦਾ ਹੈਗਾ ਪਰ 10 ਕਪਲਸ 16 ਚਿਲਡਰਨ। ਸੋ ਅਜੇ ਵੀ ਕੈਨੇਡਾ ਜਿਹੜਾ ਹੈਗਾ 5 ਬੱਚੇ ਘੱਟ ਪ੍ਰੋਡਿਊਸ ਕਰ ਰਿਹਾ ਐਜ਼ ਰਿਕੁਆਇਰਮੈਂਟ, ਜਿਹੜੀ ਪਾਪੂਲੇਸ਼ਨ ਨੂੰ ਇਸੀ ਲੈਵਲ ਦੇ ਉੱਤੇ ਮੇਨਟੇਨ ਕਰਨੀ ਹੋਵੇ। ਸੋ ਇਹ ਜਿਹੜਾ ਹੁਣ ਗੈਪ ਹੈ ਇਹਨੂੰ ਕੰਪਲੀਟ ਕਿਵੇਂ ਕਰਨਾ ਹੈ, ਇਹਦੇ ਲਈ ਇਹਨਾਂ ਕੋਲ ਇੱਕੋ ਇੱਕ ਸੋਲਿਊਸ਼ਨ ਆ, ਦੈਟ ਇਜ਼ ਇਮੀਗ੍ਰੇਸ਼ਨ। ਸੋ ਮੋਰ ਇਮੀਗ੍ਰੈਂਟਸ ਵਿਲ ਬੀ ਅਲਾਉਡ ਇਨ ਫਿਊਚਰ, ਨੀਡ ਨਾਟ ਵਰੀ। ਜਿੰਨੇ ਵੀ ਬੱਚੇ ਇੱਥੇ ਟੈਂਪਰੇਰੀ ਵਰਕਰਸ ਨੇ ਜਾਂ ਐਜੂਕੇਸ਼ਨ ਪੜ੍ਹਾਈ ਲਈ ਆਏ ਹੋਏ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਆਲਮੋਸਟ ਐਵਰੀਬਡੀ ਵਿਲ ਬੀ ਗੈਟਿੰਗ PR। ਤੁਸੀਂ ਸਿਰਫ 2-4 ਚੀਜ਼ਾਂ ਦਾ ਖਿਆਲ ਰੱਖਣਾ, ਤੁਹਾਡੇ ਆਪਦਾ ਰੈਕਡ ਨਹੀਂ ਖਰਾਬ ਹੋਣਾ ਚਾਹੀਦਾ, ਤੁਹਾਨੂੰ ਕਿਸੇ ਕਿਸਮ ਦੇ ਕ੍ਰਾਈਮ ਤੋਂ ਬਚ ਕੇ ਰਹਿਣਾ ਪਊਗਾ, ਕਿਸੇ ਕਿਸਮ ਦੇ ਸੋਸ਼ਲ ਈਵਲਸ ਤੋਂ ਬਚ ਕੇ ਰਹਿਣਾ ਪਊਗਾ, ਕਿਉਂਕਿ ਇਹਨਾਂ ਦੇ ਵਿੱਚ ਜਿਸ ਬੰਦੇ ਦਾ ਵੀ ਕੋਈ ਕ੍ਰਿਮੀਨਲ ਰਿਕਾਰਡ ਹੋਗਾ ਡੈਫੀਨੇਟਲੀ ਉਹਨੂੰ ਤਾਂ PR ਨਹੀਂ ਦਿੱਤੀ ਜਾਂਦੀ ਕੈਨੇਡਾ 'ਚ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਆ, ਪੈਨਿਕ ਨਾ ਹੋ, ਅਨਨੈਸੈਸਰੀਲੀ ਆਪਦੇ ਪੈਸੇ ਨਾ ਵੇਸਟ ਕਰੋ LMIs ਦੇ ਉੱਤੇ ਅਤੇ ਹੋਰ ਇੰਪਲੋਇਰਸ ਅਤੇ ਏਜੰਟਸ ਦੇ ਥਰੂ ਬਲੈਕਮੇਲ ਨਾ ਹੋਵੋ। ਇਹਨਾਂ ਪ੍ਰੋਗਰਾਮਸ ਦਾ ਫਾਇਦਾ ਉਠਾਓ ਔਰ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਤੁਹਾਨੂੰ ਇਹੋ ਜਿਹੇ ਪ੍ਰੋਗਰਾਮ
ਨਾ ਵੀ ਆਏ ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਇਹ ਸਾਰੇ ਬੱਚੇ ਜਿਹੜੇ ਨਹੀਂ ਵੀ ਇਹਦੇ ਵਿੱਚ ਕੁਆਲੀਫਾਈ ਕਰ ਪਾਉਣਗੇ ਉਹ ਕੁਆਲੀਫਾਈ ਕਰਨਗੇ। ਸੋ ਡੋਂਟ ਗੈਟ ਪੈਨਿਕ, ਕਿਸੇ ਕਿਸਮ ਦੀ ਤੁਹਾਨੂੰ ਨਿਰਾਸ਼ਾ ਨਹੀਂ ਹੋਣੀ ਚਾਹੀਦੀ ਕਿ ਮੈਂ ਇਸ ਦੇ ਵਿੱਚ ਮੇਰਾ ਆਇਲਸ ਨਹੀਂ ਹੋ ਪਾਇਆ ਅਤੇ ਇਸ ਕਰਕੇ ਮੈਂ ਇਸ ਪ੍ਰੋਗਰਾਮ ਦੇ ਥਰੂ ਜੇ ਕੁਆਲੀਫਾਈ ਨਾ ਹੋਇਆ ਮੇਰਾ ਫਿਊਚਰ ਦੇ ਵਿੱਚ ਕੀ ਬਣੂਗਾ। ਨਹੀਂ, ਕੋਈ ਪ੍ਰੋਬਲਮ ਜ਼ਿਆਦਾ ਲੰਬੀ ਚੌੜੀ ਕਿਸੇ ਲਈ ਵੀ ਨਹੀਂ ਆਊਗੀ। ਕੈਨੇਡੀਅਨ ਗਵਰਨਮੈਂਟ ਹਮੇਸ਼ਾ ਇਸ ਚੀਜ਼ ਨੂੰ ਧਿਆਨ ਰੱਖਦੀ ਹੈ ਅਤੇ ਇਹ ਪ੍ਰੋਗਰਾਮ ਉਹਨੇ ਇਸੇ ਚੀਜ਼ ਨੂੰ ਧਿਆਨ ਰੱਖਦੇ ਹੋਏ ਹੀ ਬਣਾਇਆ ਹੈ। ਸੋ ਫਿਰ ਵੀ ਜੇ ਤੁਹਾਡੇ ਕੋਈ ਕੁਐਸਚਨਸ ਹੋਣਗੇ, ਡੂ ਈਮੇਲ ਅਸ, do text us or give a call in any of our offices. We will be very happy to answer your calls and your queries। ਤੇ ਸਾਡੀ ਜਿੰਨੀਆਂ ਸਰਵਿਸਿਜ਼ ਨੇ ਇਹਨਾਂ ਦਾ ਲਾਹਾ ਲਓ, ਇਹ ਸਾਰੀਆਂ ਫ੍ਰੀ ਨੇ। ਥੈਂਕ ਯੂ।